ਭਗਤ ਸ਼ੇਖ ਫਰੀਦ ਜੀ ਦਾ ਜਨਮ ਜ਼ਿਲ੍ਹਾ ਮੁਲਤਾਨ ਦੇ ਪਿੰਡ ਖੇਤਵਾਲ ਵਿੱਚ 1173 ਈਸਵੀ ਨੂੰ ਹੋਇਆ। ਆਪ ਜੀ ਦੀ ਮਾਤਾ ਮਰੀਅਮ ਬਹੁਤ ਨੇਕ ਅਤੇ ਧਾਰਮਿਕ ਵਿਚਾਰਾਂ ਵਾਲੀ ਉੱਚ ਆਤਮਾ ਸੀ। ਆਪ ਦੇ ਪਿਤਾ ਸ਼ੇਖ ਜਮਾਲ ਸੁਲੇਮਾਨ ਗਜਨੀ ਤੋਂ ਹਿੰਦ ਆ ਗਏ ਸਨ। ਪਹਿਲਾਂ ਕਸੂਰ ਵਿੱਚ ਪਾਕਪਟਨ ਜਾ ਕੇ ਰਹੇ। ਧਰੂ ਭਗਤ ਦੀ ਮਾਤਾ ਵਾਂਗ ਬਾਬਾ ਫਰੀਦ ਜੀ ਦੀ ਮਾਤਾ ਨੇ ਵੀ ਅੱਲਾ ਦੀ ਬੰਦਗੀ ਦੀ ਲਗਨ ਫਰੀਦ ਜੀ ਨੂੰ ਬਚਪਨ ਵਿੱਚ ਹੀ ਲਾ ਦਿੱਤੀ। ਆਪ ਜੀ ਨੇ ਛੋਟੀ ਉਮਰ ਵਿੱਚ ਹੀ ਸਾਰਾ ਕੁਰਾਨ ਮਜੀਦ ਜ਼ੁਬਾਨੀ ਯਾਦ ਕਰ ਲਿਆ ਸੀ ਅਤੇ ਮੁਸਲਮਾਨੀ ਮਤ ਦੀ ਹੋਰ ਵਾਕਫੀਅਤ ਵੀ ਪ੍ਰਾਪਤ ਕਰ ਲਈ ਸੀ ਤੇ ਉੱਚ ਕੋਟੀ ਦੇ ਵਿਦਵਾਨ ਬਣ ਗਏ ਸਨ। ਸਿਆਣੀ ਮਾਤਾ ਨੇ ਬਚਪਨ ਵਿੱਚ ਨਵਾਜ਼ ਪੜ੍ਹਨ ਦੀ ਚੇਟਕ ਇਵੇਂ ਲਾਈ। ਜਦੋਂ ਬਾਲਕ ਫਰੀਦ ਨਵਾਜ਼ ਪੜ੍ਹਨ ਲੱਗਦਾ ਤਾਂ ਉਸ ਦੀ ਮਾਤਾ ਚੁੱਪਚਾਪ ਸਫ਼ ਹੇਠਾਂ ਕਾਗਜ਼ ਦੀ ਪੁੜੀ ਬਣਾ ਕੇ ਸ਼ੱਕਰ ਰੱਖ ਦਿੰਦੀ। ਇਵੇਂ ਫਰੀਦ ਦੀ ਲਗਨ ਪੱਕੀ ਹੋ ਗਈ। ਫਿਰ ਜਦੋਂ 12 ਕੁ ਵਰ੍ਹਿਆਂ ਦੇ ਹੋਏ ਤਦ ਮਾਤਾ ਜੀ ਦੀ ਪ੍ਰੇਰਨਾ ਨਾਲ ਜੰਗਲ ਵਿੱਚ ਭਗਤੀ ਕਰਨ ਚਲੇ ਗਏ। ਪਾਕਪਟਨ ਦੇ ਚੌਗਿਰਦੇ ਘਣੇ ਜੰਗਲ ਸਨ। ਇਹਨਾਂ ਵਿੱਚ ਘੁੰਮ ਕੇ ਪੀਲੂ ਦਰਖਤਾਂ ਦੇ ਫਲ ਅਤੇ ਪੱਤੇ ਯਾਦ ਖਾ ਕੇ ਗੁਜ਼ਾਰਾ ਕਰਨ ਲੱਗੇ। ਇਵੇਂ ਤਪ ਕਰਦਿਆਂ 12 ਸਾਲ ਲੰਘ ਗਏ। ਦਰਖਤਾਂ ਦੇ ਹੇਠਾਂ ਆਪਣੇ ਆਪ ਟੁੱਟ ਕੇ ਡਿਗੇ ਫਲ ਆਦਿ ਖਾ ਕੇ ਗੁਜ਼ਾਰਾ ਕਰਦੇ ਰਹੇ। ਇੱਕ ਦਿਨ ਫਰੀਦ ਜੀ ਅੱਲਾ ਦੀ ਇਬਾਦਤ ਵਿੱਚ ਬੈਠੇ ਸਨ। ਤਪੱਸਿਆ ਕਰਦਿਆਂ ਚਿੜੀਆਂ ਦੇ ਰੌਲੇ ਕਾਰਨ ਮਨ ਪ੍ਰਭੂ ਭਗਤੀ ਵਿੱਚ ਪੂਰੀ ਤਰ੍ਹਾਂ ਜੁੜਦਾ ਨਹੀਂ ਸੀ। ਭਗਤ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ, ਚਿੜੀਓ ਮਰ ਜਾਓ। ਤਪੱਸਿਆ ਕਾਰਨ ਪ੍ਰਾਪਤ ਹੋਈ ਤਾਕਤ ਨਾਲ ਚਿੜੀਆਂ ਤੁਰੰਤ ਮਰ ਗਈਆਂ। ਜਦੋਂ ਨੇਤਰ ਖੋਲ ਕੇ ਵੇਖਿਆ ਤਾਂ ਚਿੜੀਆਂ ਮਰੀਆਂ ਪਈਆਂ ਸਨ। ਤੱਕ ਕੇ ਫਰੀਦ ਜੀ ਦਾ ਮਨ ਉਦਾਸ ਹੋ ਗਿਆ। ਜਦੋਂ ਨੇਤਰ ਖੋਲ ਕੇ ਵੇਖਿਆ ਤਾਂ ਚਿੜੀਆਂ ਮਰੀਆਂ ਪਈਆਂ ਤੱਕ ਕੇ ਫਰੀਦ ਜੀ ਦਾ ਮਨ ਉਦਾਸ ਹੋ ਗਿਆ ਅਤੇ ਪਛਤਾਵੇ ਦੀ ਹਾਲਤ ਵਿੱਚ ਹੀ ਭਗਤ ਜੀ ਨੇ ਚਿੜੀਓ ਜੀ ਪਾਓ ਆਖ ਦਿੱਤਾ। ਚਿੜੀਆਂ ਜਿਉਂਦੀਆਂ ਹੋ ਕੇ ਉੱਡ ਗਈਆਂ। ਇਸ ਘਟਨਾ ਨਾਲ ਫਰੀਦ ਜੀ ਨੂੰ ਖੁਸ਼ੀ ਹੋਈ ਕਿ ਉਸ ਦੀ ਤਪੱਸਿਆ ਨੂੰ ਫਲ ਲੱਗਾ ਹੈ। ਉਸ ਦਾ ਸ਼ਬਦ ਸਿੱਧ ਹੋਣ ਲੱਗ ਪਿਆ ਹੈ। ਮਾਮੂਲੀ ਮਾਣ ਵੀ ਮਨ ਵਿੱਚ ਪੈਦਾ ਹੋ ਗਿਆ। ਅੱਲਾ ਨੂੰ ਇਹ ਨਹੀਂ ਸੀ ਭਾਉਂਦਾ ਕਿ ਉਸ ਦਾ ਪਿਆਰਾ ਭਗਤ ਮਾਣ ਰੂਪੀ ਰੁਕਾਵਟ ਦਾ ਸ਼ਿਕਾਰ ਹੋ ਜਾਵੇ ਅਤੇ ਪ੍ਰੇਮਾ ਭਗਤੀ ਦੀ ਮੰਜ਼ਿਲ ਤੋਂ ਡਿੱਗ ਪਏ। ਸੋ ਪ੍ਰਭੂ ਕਿਰਪਾ ਨਾਲ ਭਗਤ ਜੀ ਅਜੇ ਜੰਗਲ ਵਿੱਚੋਂ ਨਿਕਲ ਕੇ ਇੱਕ ਨਗਰ ਵਿੱਚ ਪੁੱਜੇ ਹੀ ਸਨ ਕਿ ਉਹਨਾਂ ਇੱਕ ਖੂਹ ਡਿੱਠਾ, ਜਿਸ ਵਿੱਚੋਂ ਇੱਕ ਮੁਟਿਆਰ ਪਾਣੀ ਦਾ ਡੋਲ ਭਰ ਭਰ ਕੱਢਦੀ ਸੀ ਅਤੇ ਧਰਤੀ ਤੇ ਡੋਲਦੀ ਜਾਂਦੀ ਸੀ। ਭਗਤ ਜੀ ਨੂੰ ਵੀ ਪਿਆਸ ਲੱਗੀ ਹੋਈ ਸੀ। ਖੂਹ ਪਾਸ ਪੁੱਜ ਕੇ ਉਸ ਮੁਟਿਆਰ ਨੂੰ ਆਖਿਆ, ਬੀਬਾ ਮੈਨੂੰ ਪਾਣੀ ਪਿਲਾ ਦੇ, ਮੈਂ ਅੱਗੇ ਜਾਣਾ ਹੈ। ਉਸ ਨਵ ਵਿਆਹੁਤਾ ਪਤੀਵਰਤਾ ਮੁਟਿਆਰ ਨੇ ਆਖਿਆ, ਬਾਬਾ ਠਹਿਰ ਜਾ, ਮੈਂ ਜ਼ਰੂਰੀ ਕੰਮ ਕਰ ਰਹੀ ਹਾਂ, ਘਰ ਨੂੰ ਲੱਗੀ ਅੱਗ ਬੁਝਾ ਰਹੀ ਹਾਂ। ਫਰੀਦ ਜੀ ਨੇ ਦੁਬਾਰਾ ਬੇਨਤੀ ਕੀਤੀ, ਮੈਨੂੰ ਪਾਣੀ ਕਿਉਂ ਨਹੀਂ ਪਿਲਾਉਂਦੀ? ਧਰਤੀ ਤੇ ਐਵੇਂ ਡੋਲਣ ਦਾ ਕੀ ਫਾਇਦਾ? ਮੁਟਿਆਰ ਨੇ ਉੱਤਰ ਵਿੱਚ ਆਖਿਆ, ਬਾਬਾ ਸਬਰ ਕਰ, ਇਹ ਕੋਈ ਜੰਗਲ ਦੀਆਂ ਚਿੜੀਆਂ ਨਹੀਂ ਜਿਨ੍ਹਾਂ ਨੂੰ ਮਰ ਜਾਓ ਅਤੇ ਜੀ ਪਾਓ ਆਖ ਕੇ ਤਪ ਦਾ ਬਲ ਪ੍ਰਗਟ ਕਰੇਗਾ। ਉਸ ਮੁਟਿਆਰ ਦੀ ਅੰਤਰਯਾਤਮਾ ਵਾਲੀ ਗੱਲ ਸੁਣ ਕੇ ਫਰੀਦ ਜੀ ਅਚਰਜ ਰਹਿ ਗਏ। ਉਹ ਵਿਚਾਰਨ ਲੱਗੇ, ਮੈਨੂੰ ਕਈ ਵਰ੍ਹੇ ਤਪ ਕਰਕੇ ਕੁਝ ਕੁ ਤਾਕਤ ਪ੍ਰਾਪਤ ਹੋਈ ਸੀ, ਪਰ ਇਸ ਨੇ ਇਹ ਤਾਕਤ ਕਿਵੇਂ ਪ੍ਰਾਪਤ ਕਰ ਲਈ? ਫਰੀਦ ਜੀ ਉਤਾਵਲੇ ਸਨ ਕਿ ਕਦੋਂ ਮੁਟਿਆਰ ਪਾਣੀ ਧਰਤੀ ਤੇ ਡੋਲਣੋਂ ਹਟੇ ਅਤੇ ਉਸ ਨੂੰ ਇਸ ਤਾਕਤ ਨੂੰ ਪ੍ਰਾਪਤ ਕਰਨ ਦਾ ਸਾਧਨ ਪੁੱਛਣਾ। ਚੁੱਪਚਾਪ ਖੜੇ ਰਹੇ। ਜਦੋਂ ਮੁਟਿਆਰ ਨੇ ਪਾਣੀ ਧਰਤੀ ਤੇ ਡੋਲਣਾ ਬੰਦ ਕੀਤਾ ਤਦ ਭਗਤ ਜੀ ਨੂੰ ਆਖਿਆ, ਆਓ ਬਾਬਾ ਜੀ ਜਲ ਛਕੋ। ਬਾਬਾ ਜੀ ਨੇ ਜਲ ਛਕਿਆ ਅਤੇ ਨਿਮਰਤਾ ਪੂਰਵਕ ਬੇਨਤੀ ਕੀਤੀ, ਬੀਬਾ ਇਹ ਤਾਕਤ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਉਸ ਮੁਟਿਆਰ ਨੇ ਸਪਸ਼ਟ ਆਖ ਦਿੱਤਾ, ਬਾਬਾ ਜੀ ਮੇਰੇ ਪਤੀ ਜੀ ਪ੍ਰਭੂ ਭਗਤ ਹਨ। ਮੈਨੂੰ ਇਹ ਤਾਕਤ ਪਤੀਵਰਤਾ ਧਰਮ ਵਿੱਚੋਂ ਹੀ ਪ੍ਰਾਪਤ ਹੋ ਗਈ। ਮੈਂ ਆਪਣੇ ਪਤੀ ਦੀ ਵਫ਼ਾਦਾਰ ਰਹਿ ਕੇ ਸੇਵਾ ਕੀਤੀ, ਜਿਸ ਕਾਰਨ ਉਹ ਤਰੁੱਠ ਗਏ ਅਤੇ ਮੈਨੂੰ ਪ੍ਰਭੂ ਕਿਰਪਾ ਨਾਲ ਅੰਤਰਯਾਤਮਾ ਦੀ ਦਾਤ ਮਿਲ ਗਈ ਹੈ। ਮੈਂ ਕੋਈ ਤਪ ਨਹੀਂ ਸਾਧੇ। ਤੁਹਾਨੂੰ ਇਸ ਵਾਸਤੇ ਬੇਨਤੀ ਕੀਤੀ ਹੈ ਕਿ ਮਾਮੂਲੀ ਗੱਲ ਤੇ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ। ਰੱਬੀ ਤਾਕਤ ਗਰੀਬਾਂ ਅਤੇ
ਆਜਜ਼ਾਂ ਨੂੰ ਦੁੱਖ ਦੇਣ ਲਈ ਨਹੀਂ, ਸਗੋਂ ਸੰਭਾਲ ਕੇ ਸ਼ੁਭ ਕਰਮ ਕਰਨ ਲਈ ਵਰਤਣੀ ਚਾਹੀਦੀ ਹੈ। ਰੱਬੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਫਰੀਦ ਜੀ ਦੀ ਅੰਦਰੋਂ ਮਾਣ ਰੂਪੀ ਮੈਲ ਬਿਲਕੁਲ ਉਤਰ ਗਈ। ਮਨ ਸ਼ੁੱਧ ਹੋ ਗਿਆ। ਆਪ ਮੁੜ ਪ੍ਰਭੂ ਪ੍ਰੀਤ ਦੇ ਰੰਗ ਵਿੱਚ ਮਸਤ ਹੋ ਗਏ ਅਤੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਭਾਵ ਗੁਰੂ ਧਾਰਨ ਕਰ ਲਿਆ। ਗੁਰੂ ਦੀਖਿਆ ਪ੍ਰਾਪਤ ਕਰਨ ਉਪਰੰਤ ਬਹੁਤ ਪ੍ਰੇਮ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ। ਆਪਣੇ ਮੁਰਸ਼ਦ ਨੂੰ ਅੰਮ੍ਰਿਤ ਵੇਲੇ ਗਰਮ ਪਾਣੀ ਨਾਲ ਇਸ਼ਨਾਨ ਕਰਵਾਇਆ ਕਰਦੇ ਸਨ। ਡੇਰੇ ਵਿੱਚ ਅੱਗ ਦਾ ਪ੍ਰਬੰਧ ਹਮੇਸ਼ਾ ਰਹਿੰਦਾ ਸੀ। ਇਸ ਤਰ੍ਹਾਂ ਆਪ ਜੀ ਨੇ ਮੁਰਸ਼ਦ ਦੀ ਸੇਵਾ ਕੀਤੀ ਅਤੇ ਭਗਤੀ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ।